ਮੇਰਾ ਨਾਂ ਜਸਪਿੰਦਰ ਹੈ। ਜਦੋਂ ਮੈਂ 17 ਸਾਲ ਦੀ ਹੋਈ ਤਾਂ ਮੇਰੇ ਦਿਲ ਨੇ ਵੀ ਪਿਆਰ ਮੁਹੱਬਤ ਦੇ ਸੁਪਨੇ ਸਜਾਏ। ਜਦੋਂ ਘਰ ਵਿੱਚ ਮੇਰੇ ਵਿਆਹ ਦੀਆਂ ਗੱਲਾਂ ਹੋਣ ਲੱਗੀਆਂ ਤਾਂ ਮੈਨੂੰ ਦਿਲ ਵਿੱਚ ਬਹੁਤ ਖੁਸ਼ੀ ਮਹਿਸੂਸ ਹੋਈ। ਮੈਂ ਆਪ ਹੀ ਸ਼ਰਮਾਉਣ ਲੱਗਦੀ ਅਤੇ ਖੂਬਸੂਰਤ ਸੁਪਨੇ ਸਜਾਉਣ ਲੱਗਦੀ। ਪਰ ਮੈਨੂੰ ਕੀ ਪਤਾ ਸੀ ਕਿ ਕਿਸਮਤ ਮੇਰੇ ਨਾਲ ਅਜੀਬੋ-ਗਰੀਬ ਖੇਡ ਖੇਡੇਗੀ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਜ਼ਿੰਦਗੀ ਵਿੱਚ ਅਜਿਹਾ ਮੋੜ ਵੀ ਆ ਜਾਵੇਗਾ। ਮੇਰੇ ਲਈ ਆਉਣ ਵਾਲੇ ਤੀਜੇ ਰਿਸ਼ਤੇ ਨੂੰ ਮੇਰੇ ਮਾਂ-ਬਾਪ ਨੇ ਹਾਂ ਕਰ ਦਿੱਤੀ ਕਿਉਂਕਿ ਮੁੰਡੇ ਦੀ ਫੈਮਿਲੀ ਛੋਟੀ ਸੀ। ਉਸ ਦੀ ਇੱਕ ਭੈਣ ਸੀ ਜੋ ਕਿ ਵਿਆਹੀ ਹੋਈ ਸੀ ਅਤੇ ਇੱਕ ਬੁੱਢੀ ਮਾਂ ਸੀ। ਮੁੰਡਾ ਸੋਹਣੀ ਸ਼ਕਲ ਸੂਰਤ ਦਾ ਮਾਲਕ ਸੀ ਅਤੇ ਚੰਗਾ ਵੀ ਸੀ। ਉਮਰ ਵੀ ਉਸ ਦੀ ਠੀਕ ਹੀ ਸੀ। ਉਹ ਲੋਕ ਅਮੀਰ ਸਨ। ਉਹਨਾਂ ਦਾ ਘਰ ਇੰਨਾ ਵੱਡਾ ਸੀ ਕਿ ਸਾਡੇ 4 ਘਰ ਮਿਲਾ ਕੇ ਉਹਨਾਂ ਦਾ ਇੱਕ ਘਰ ਬਣਦਾ ਸੀ। ਮੈਂ ਵੀ ਬਹੁਤ ਖੁਸ਼ ਸੀ ਕਿਉਂਕਿ ਉਦਾਸ ਹੋਣ ਦੀ ਕੋਈ ਵਜ੍ਹਾ ਹੀ ਨਹੀਂ ਸੀ। ਸਭ ਖੁਸ਼ੀ-ਖੁਸ਼ੀ ਵਿਆਹ ਦੀਆਂ ਤਿਆਰੀਆਂ ਕਰਨ ਲੱਗ ਗਏ। ਮੇਰੀ ਸੱਸ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀਆਂ ਰਸਮਾਂ ਨਹੀਂ ਕਰਨੀਆਂ ਹਨ। ਮੇਰੇ ਮੰਮੀ ਪਾਪਾ ਨੇ ਉਹਨਾਂ ਦੀ ਗੱਲ ਮੰਨ ਲਈ, ਪਰ ਮੇਰੇ ਪਾਪਾ ਨੇ ਵਿਆਹ ਤੋਂ ਇੱਕ ਦਿਨ ਪਹਿਲਾਂ ਘਰ ਵਿੱਚ ਮਹਿੰਦੀ ਦੀ ਇੱਕ ਛੋਟੀ ਜਿਹੀ ਪਾਰਟੀ ਰੱਖ ਦਿੱਤੀ ਸੀ। ਆਖਰ ਮਾਂ-ਬਾਪ ਦਾ ਦਿਲ ਤਾਂ ਅਜਿਹਾ ਹੀ ਹੁੰਦਾ ਹੈ। ਅਗਲੇ ਦਿਨ ਵਿਆਹ ਦੀ ਰਸਮ ਹੋਈ ਅਤੇ ਮੈਂ ਆਪਣੇ ਘਰ ਤੋਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ। ਜਦੋਂ ਮੇਰੀ ਸੱਸ ਮੈਨੂੰ ਮੇਰੇ ਕਮਰੇ ਵਿੱਚ ਛੱਡਣ ਆਈ ਤਾਂ ਉਹਨਾਂ ਦੇ ਹੱਥ ਵਿੱਚ ਕੁਝ ਸੀ। ਉਹਨਾਂ ਨੇ ਮੈਨੂੰ ਬਿਠਾ ਲਿਆ ਅਤੇ ਪੁੱਛਿਆ ਕਿ ਮੈਨੂੰ ਕੁਝ ਚਾਹੀਦਾ ਤਾਂ ਨਹੀਂ, ਅਤੇ ਫਿਰ ਉਹਨਾਂ ਨੇ ਮੈਨੂੰ ਇੱਕ ਬਹੁਤ ਹੀ ਅਜੀਬ ਗੱਲ ਕਹੀ। ਉਹਨਾਂ ਨੇ ਮੈਨੂੰ ਕਿਹਾ, ਮੈਂ ਤੇਰੇ ਨਾਲ ਇੱਕ ਬਹੁਤ ਹੀ ਜ਼ਰੂਰੀ ਗੱਲ ਕਰਨੀ ਹੈ। ਮੇਰਾ ਜਲਦੀ ਤੋਂ ਜਲਦੀ ਆਪਣੇ ਪੋਤੇ ਦਾ ਮੂੰਹ ਦੇਖਣ ਦਾ ਅਰਮਾਨ ਹੈ, ਇਸ ਲਈ ਇਸ ਮਾਮਲੇ ਵਿੱਚ ਲਾਪਰਵਾਹੀ ਨਹੀਂ ਹੋਣੀ ਚਾਹੀਦੀ। ਇਸ ਘਰ ਵਿੱਚ ਖਾਮੋਸ਼ੀ ਹੈ। ਮੈਂ ਚਾਹੁੰਦੀ ਹਾਂ ਕਿ ਇਸ ਘਰ ਵਿੱਚ ਰੌਣਕ ਆ ਜਾਵੇ। ਅੱਜ ਕੱਲ੍ਹ ਦੀਆਂ ਕੁੜੀਆਂ ਜਾਣ-ਬੁੱਝ ਕੇ ਬੱਚਿਆਂ ਦੇ ਮਾਮਲੇ ਵਿੱਚ ਲਾਪਰਵਾਹੀ ਕਰਦੀਆਂ ਹਨ ਤਾਂ ਜੋ ਵਿਆਹ ਦੇ 2-4 ਸਾਲ ਤੱਕ ਜ਼ਿੰਦਗੀ ਨੂੰ ਇੰਜੋਏ ਕਰ ਸਕਣ। ਜੇਕਰ ਤੇਰੇ ਦਿਲ ਵਿੱਚ ਵੀ ਅਜਿਹਾ ਕੋਈ ਖਿਆਲ ਹੈ ਤਾਂ ਉਸ ਨੂੰ ਆਪਣੇ ਦਿਲ ਵਿੱਚੋਂ ਕੱਢ ਦੇ। ਮੈਨੂੰ ਇਸੇ ਸਾਲ ਤੇਰੀ ਔਲਾਦ ਚਾਹੀਦੀ ਹੈ। ਅਤੇ ਦੂਜੀ ਜ਼ਰੂਰੀ ਗੱਲ, ਤੂੰ ਘਰ ਵਿੱਚ ਹਮੇਸ਼ਾ ਇਹ ਚੱਪਲ ਹੀ ਪਾਵੇਂਗੀ। ਮੇਰੀ ਸੱਸ ਇੱਕ ਥੈਲੇ ਵਿੱਚ 2 ਪੁਰਾਣੀਆਂ ਚੱਪਲਾਂ ਆਪਣੇ ਨਾਲ ਲੈ ਕੇ ਫਿਰ ਰਹੀ ਸੀ ਜੋ ਉਸਨੇ ਮੈਨੂੰ ਦਿੱਤੀਆਂ। ਮੈਂ ਉਹਨਾਂ ਚੱਪਲਾਂ ਵੱਲ ਵੇਖਿਆ। ਉਹ ਕਾਫੀ ਪੁਰਾਣੀਆਂ ਸਨ। ਪੁਰਾਣੀਆਂ ਹੀ ਨਹੀਂ ਬਲਕਿ ਕੁਝ ਅਜੀਬ ਤਰ੍ਹਾਂ ਦੀਆਂ ਵੀ ਸਨ। ਇੰਜ ਲੱਗ ਰਿਹਾ ਸੀ ਜਿਵੇਂ ਉਹਨਾਂ ਨੂੰ ਹੱਥ ਨਾਲ ਬਣਾਇਆ ਗਿਆ ਹੈ। ਉਹਨਾਂ ਦੇ ਨੀਚੇ ਵਾਲੀ ਅੱਡੀ ਬਹੁਤ ਮੋਟੀ ਸੀ ਅਤੇ ਉਹ ਸ਼ਾਇਦ ਚਮੜੇ ਦੀ ਬਣੀ ਹੋਈ ਸੀ। ਮੈਂ ਹੈਰਾਨੀ ਨਾਲ ਉਹਨਾਂ ਚੱਪਲਾਂ ਵੱਲ ਵੇਖ ਰਹੀ ਸੀ। ਮੇਰੀ ਸੱਸ ਨੇ ਦੱਸਿਆ ਕਿ ਇਹ ਮੇਰੀਆਂ ਚੱਪਲਾਂ ਹਨ ਜੋ ਮੈਂ ਉਦੋਂ ਪਾਈਆਂ ਸੀ ਜਦੋਂ ਮੈਂ ਵਿਆਹ ਕੇ ਇਸ ਘਰ ਵਿੱਚ ਆਈ ਸੀ, ਅਤੇ ਉਸੇ ਸਾਲ ਰੱਬ ਨੇ ਮੇਰੀ ਗੋਦੀ ਵਿੱਚ ਇੱਕ ਪੁੱਤਰ ਦੇ ਦਿੱਤਾ ਸੀ। ਇਹ ਚੱਪਲਾਂ ਮੈਂ ਆਪਣੀ ਹੋਣ ਵਾਲੀ ਨੂੰਹ ਲਈ ਸੰਭਾਲ ਕੇ ਰੱਖੀਆਂ ਸਨ ਅਤੇ ਮੈਂ ਚਾਹੁੰਦੀ ਹਾਂ ਕਿ ਤੂੰ ਇਹਨਾਂ ਚੱਪਲਾਂ ਨੂੰ ਪਾਵੇਂ। ਜਦੋਂ ਤੂੰ ਘਰ ਵਿੱਚ ਰਹੇਂਗੀ ਤਾਂ ਇਹ ਚੱਪਲਾਂ ਪਾਵੇਂਗੀ, ਅਤੇ ਜੇਕਰ ਤੂੰ ਘਰ ਤੋਂ ਬਾਹਰ ਜਾਵੇਂਗੀ ਤਾਂ ਆਪਣੀ ਮਰਜ਼ੀ ਦੀ ਕੋਈ ਵੀ ਚੱਪਲ ਪਾ ਸਕਦੀ ਹੈ। ਇਸ ਮਾਮਲੇ ਵਿੱਚ ਮੈਂ ਤੇਰੇ ਵੱਲੋਂ ਕੋਈ ਵੀ ਗਲਤੀ ਬਰਦਾਸ਼ਤ ਨਹੀਂ ਕਰਾਂਗੀ। ਮੈਂ ਇਸ ਘਰ ਵਿੱਚ ਨਵੀਂ ਸੀ। ਉਂਝ ਵੀ ਮੈਨੂੰ ਇਹ ਸਮਝਾ ਕੇ ਭੇਜਿਆ ਗਿਆ ਸੀ ਕਿ ਤੂੰ ਕਿਸੇ ਗੱਲ ਨੂੰ ਵੀ ਮਨਾ ਨਹੀਂ ਕਰਨਾ ਹੈ, ਜ਼ਿਆਦਾ ਗੱਲਾਂ ਨਹੀਂ ਕਰਨੀਆਂ ਹਨ। ਜੋ ਕੁਝ ਤੈਨੂੰ ਤੇਰੀ ਸੱਸ ਅਤੇ ਤੇਰਾ ਪਤੀ ਕਹਿਣਗੇ ਤੂੰ ਉਸ ਨੂੰ ਚੁੱਪਚਾਪ ਮੰਨ ਲਈ। ਅਤੇ ਫਿਰ ਮੈਂ ਸੋਚਿਆ ਕਿ ਚੱਪਲਾਂ ਹੀ ਤਾਂ ਪਾਉਣੀਆਂ ਹਨ, ਉਹ ਵੀ ਸਿਰਫ ਘਰ ਦੇ ਅੰਦਰ, ਤਾਂ ਇਸ ਵਿੱਚ ਕੀ ਦਿੱਕਤ ਹੈ। ਮੈਂ ਆਪਣੀ ਸੱਸ ਨੂੰ ਕਹਿ ਦਿੱਤਾ ਕਿ ਅਜਿਹਾ ਹੀ ਹੋਵੇਗਾ। ਮੇਰੀ ਸੱਸ ਮੇਰੇ ਕਮਰੇ ਵਿੱਚੋਂ ਚਲੀ ਗਈ। ਥੋੜੀ ਦੇਰ ਬਾਅਦ ਮੇਰਾ ਪਤੀ ਕਮਰੇ ਵਿੱਚ ਆਇਆ। ਉਸਨੇ ਮੇਰੇ ਨਾਲ ਬਹੁਤ ਚੰਗੀਆਂ ਗੱਲਾਂ ਕੀਤੀਆਂ ਅਤੇ ਮੈਨੂੰ ਗਿਫਟ ਵੀ ਦਿੱਤਾ। ਮੈਂ ਇਸ ਗੱਲ 'ਤੇ ਬਹੁਤ ਖੁਸ਼ ਹੋ ਗਈ ਸੀ ਕਿ ਚਲੋ ਮੇਰਾ ਪਤੀ ਤਾਂ ਚੰਗਾ ਹੈ। ਅਤੇ ਜਿੱਥੋਂ ਤੱਕ ਗੱਲ ਹੈ ਸਹੁਰੇ ਘਰ ਦੇ ਬਾਕੀ ਮੈਂਬਰਾਂ ਦੀ, ਤਾਂ ਉਹ ਤਾਂ ਸਭ ਦੇ ਅਜਿਹੇ ਹੀ ਹੁੰਦੇ ਹਨ। ਅਗਲੇ ਦਿਨ ਸਵੇਰੇ ਜਦੋਂ ਮੈਂ ਰਸੋਈ ਵਿੱਚ ਗਈ ਤਾਂ ਮੈਂ ਉੱਥੇ ਇੱਕ ਕੁੜੀ ਨੂੰ ਖੜੇ ਦੇਖਿਆ ਜਿਸ ਨੇ ਬਹੁਤ ਵਧੀਆ ਕੱਪੜੇ ਪਾਏ ਹੋਏ ਸਨ। ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ। ਉਸਨੇ ਕਿਹਾ ਕਿ ਮੈਂ ਇਸ ਘਰ ਦੀ ਨੌਕਰਾਣੀ ਹਾਂ। ਮੈਂ ਹੈਰਾਨ ਹੋਈ ਕਿ ਇਹ ਇਸ ਘਰ ਦੀ ਨੌਕਰਾਣੀ ਹੈ ਜਦੋਂ ਕਿ ਇਹ ਤਾਂ ਬਹੁਤ ਸਾਫ਼ ਸੁਥਰੀ ਅਤੇ ਸੋਹਣੀ ਸੁਨੱਖੀ ਹੈ। ਮੈਂ ਆਪਣੇ ਪਤੀ ਨੂੰ ਪੁੱਛਿਆ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਨੌਕਰਾਣੀ ਮੇਰੀ ਸੱਸ ਦੇ ਪਿੰਡ ਦੀ ਹੈ ਅਤੇ ਮੇਰੀ ਸੱਸ ਦੀ ਦੂਰ ਦੀ ਰਿਸ਼ਤੇਦਾਰ ਵੀ ਲੱਗਦੀ ਹੈ। ਉਸਦੇ ਘਰ ਦੇ ਹਾਲਾਤ ਚੰਗੇ ਨਹੀਂ ਹਨ। ਘਰ ਵਿੱਚ ਕਈ ਭੈਣਾਂ ਹਨ, ਇਹ ਸਭ ਤੋਂ ਵੱਡੀ ਹੈ। ਇਸ ਲਈ ਘਰ ਦੇ ਹਾਲਾਤ ਤੋਂ ਤੰਗ ਹੋ ਕੇ ਇਹ ਸਾਡੇ ਘਰ ਕੰਮ ਕਰਦੀ ਹੈ। ਮੇਰੇ ਪਤੀ ਨੇ ਕਿਹਾ ਕਿ ਮੰਮੀ ਨੇ ਕਦੇ ਵੀ ਇਸ ਨੂੰ ਨੌਕਰਾਣੀ ਨਹੀਂ ਕਿਹਾ ਅਤੇ ਤੂੰ ਵੀ ਇਸ ਨੂੰ ਨੌਕਰਾਣੀ ਨਾ ਕਹੀਂ। ਅਸੀਂ ਇਸ ਦੇ ਆਪਣੇ ਹਾਂ, ਤਾਂ ਇਸ ਲਈ ਇਸ ਦੇ ਘਰ ਵਾਲੇ ਸਾਡੇ ਤੇ ਭਰੋਸਾ ਕਰਕੇ ਇਸ ਨੂੰ ਇੱਥੇ ਭੇਜ ਦਿੰਦੇ ਹਨ। ਉਹ ਪੜ੍ਹੀ ਲਿਖੀ ਹੈ,
ਇਹ ਨੌਕਰਾਂ ਦੀ ਤਰ੍ਹਾਂ ਗੰਦੇ ਕੱਪੜੇ ਨਹੀਂ ਪਾਉਂਦੀ ਅਤੇ ਨਾ ਹੀ ਇਸ ਦੇ ਤੌਰ ਤਰੀਕੇ ਨੌਕਰਾਂ ਵਾਲੇ ਹਨ। ਉਸ ਦਾ ਨਾਂ ਪਾਇਲ ਸੀ। ਮੇਰੇ ਵਿਆਹ ਦੇ ਸ਼ੁਰੂ ਦੇ 2-3 ਦਿਨ ਤਾਂ ਬਹੁਤ ਵਧੀਆ ਲੰਘੇ। ਅਸੀਂ 2-4 ਜਗ੍ਹਾ ਘੁੰਮਣ ਵੀ ਗਏ, ਪਰ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਆਪਣੀ ਰੂਟੀਨ ਤੇ ਆ ਗਈ। ਮੇਰੇ ਪਤੀ ਸਾਰਾ ਦਿਨ ਆਪਣੇ ਕੰਮ ਤੇ ਰਹਿੰਦੇ ਅਤੇ ਮੈਂ ਘਰ ਵਿੱਚ ਬੋਰ ਹੀ ਹੁੰਦੀ ਰਹਿੰਦੀ ਸੀ। ਮੈਂ ਘਰ ਵਿੱਚ ਆਪਣੀ ਸੱਸ ਦੀ ਦਿੱਤੀ ਹੋਈ ਚੱਪਲ ਪਾ ਕੇ ਹੀ ਫਿਰਦੀ ਸੀ। ਪਰ ਇੱਕ ਗੱਲ ਬਹੁਤ ਅਜੀਬ ਸੀ ਕਿ ਉਹਨਾਂ ਚੱਪਲਾਂ ਵਿੱਚੋਂ ਬਹੁਤ ਅਜੀਬ ਤਰ੍ਹਾਂ ਦੀ ਆਵਾਜ਼ ਆਉਂਦੀ ਸੀ। ਮਤਲਬ ਮੈਂ ਜਿੱਥੇ ਵੀ ਜਾਂਦੀ ਤਾਂ ਸਭ ਨੂੰ ਪਤਾ ਲੱਗ ਜਾਂਦਾ ਸੀ ਕਿ ਮੈਂ ਕਿੱਥੇ ਜਾ ਰਹੀ ਹਾਂ। ਮੈਂ ਸੋਚਦੀ ਸੀ ਕਿ ਇਹ ਚੱਪਲ ਬਹੁਤ ਪੁਰਾਣੀ ਹੈ, ਇਸ ਲਈ ਇਹਨਾਂ ਚੱਪਲਾਂ ਵਿੱਚੋਂ ਆਵਾਜ਼ ਆਉਂਦੀ ਹੈ। ਜਦੋਂ ਮੈਂ ਆਪਣੀ ਸੱਸ ਨੂੰ ਕਿਹਾ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਇਹ ਬਹੁਤ ਪੁਰਾਣੀਆਂ ਹਨ, ਇਸ ਲਈ ਇਹਨਾਂ ਵਿੱਚੋਂ ਆਵਾਜ਼ ਆਉਂਦੀ ਹੈ। ਉਹਨਾਂ ਨੇ ਕਿਹਾ, ਉਂਝ ਵੀ ਤੈਨੂੰ ਕਿਹੜਾ ਸਾਰੀ ਜ਼ਿੰਦਗੀ ਇਹ ਚੱਪਲਾਂ ਪਾਉਣੀਆਂ ਹਨ। ਇੱਕ ਵਾਰ ਤੂੰ ਸਾਨੂੰ ਖੁਸ਼ਖਬਰੀ ਸੁਣਾ ਦੇ, ਉਸ ਤੋਂ ਬਾਅਦ ਤੂੰ ਇਹ ਚੱਪਲ ਉਤਾਰ ਸਕਦੀ ਹੈ। ਹੁਣ ਤਾਂ ਮੈਂ ਵੀ ਰੱਬ ਨੂੰ ਅਰਦਾਸ ਕਰਨ ਲੱਗੀ ਕਿ ਜਲਦੀ ਤੋਂ ਜਲਦੀ ਮੇਰੀ ਝੋਲੀ ਭਰ ਜਾਵੇ ਤਾਂ ਜੋ ਇਹਨਾਂ ਚੱਪਲਾਂ ਤੋਂ ਮੇਰੀ ਜਾਨ ਛੁੱਟੇ। ਭਲਾ ਕੌਣ ਅਜਿਹੀਆਂ ਪੁਰਾਣੀਆਂ ਚੱਪਲਾਂ ਪਾਉਣਾ ਚਾਹੇਗਾ, ਉਹ ਵੀ ਇੰਨੀਆਂ ਭਾਰੀ। ਮੈਂ ਸਾਰਾ ਦਿਨ ਘਰ ਵਿੱਚ ਹੀ ਰਹਿੰਦੀ ਸੀ ਅਤੇ ਇਸ ਘਰ ਤੇ ਨਜ਼ਰ ਰੱਖਦੀ ਸੀ। ਇਸ ਘਰ ਦੇ ਬਹੁਤ ਸਾਰੇ ਕਮਰੇ ਬੰਦ ਸਨ। ਇਸ ਘਰ ਵਿੱਚ ਕੋਈ 8-10 ਕਮਰੇ ਸਨ, ਪਰ ਸਿਰਫ 3 ਕਮਰੇ ਹੀ ਖੁੱਲ੍ਹੇ ਹੋਏ ਸਨ। ਇੱਕ ਕਮਰਾ ਮੇਰਾ ਅਤੇ ਮੇਰੇ ਪਤੀ ਦਾ ਸੀ, ਇੱਕ ਮੇਰੀ ਸੱਸ ਦਾ ਕਮਰਾ ਅਤੇ ਇੱਕ ਕਮਰਾ ਮਹਿਮਾਨਾਂ ਲਈ ਸਾਫ਼ ਕੀਤਾ ਹੋਇਆ ਸੀ। ਮੈਨੂੰ ਇਹ ਘਰ ਬਹੁਤ ਅਜੀਬ ਲੱਗਦਾ ਸੀ। ਮੈਨੂੰ ਇੰਜ ਲੱਗਦਾ ਸੀ ਜਿਵੇਂ ਇਸ ਘਰ ਵਿੱਚ ਕੋਈ ਰਾਜ ਹੈ। ਅਜੀਬ ਜਿਹੀ ਸ਼ਾਂਤੀ ਹੈ। ਸਭ ਆਪਣੇ ਕੰਮਾਂ ਵਿੱਚ ਲੱਗੇ ਰਹਿੰਦੇ ਸਨ। ਕੋਈ ਕਿਸੇ ਨਾਲ ਵੀ ਗੱਲ ਨਹੀਂ ਕਰਦਾ ਸੀ। ਮੈਨੂੰ ਇਸ ਘਰ ਵਿੱਚ ਬੋਰੀਅਤ ਮਹਿਸੂਸ ਹੁੰਦੀ ਰਹਿੰਦੀ ਸੀ। ਇੱਕ ਦਿਨ ਮੈਂ ਕੁਝ ਅਜੀਬ ਦੇਖਿਆ। ਮੇਰੀ ਸੱਸ ਘਰ ਵਿੱਚ ਬਣੇ ਇੱਕ ਕਮਰੇ ਵਿੱਚ ਜਾ ਰਹੀ ਸੀ। ਇਸ ਕਮਰੇ ਨੂੰ ਲੁਕੋ ਕੇ ਬਣਾਇਆ ਗਿਆ ਸੀ। ਉਸ ਦਾ ਦਰਵਾਜ਼ਾ ਅਲਮਾਰੀ ਦੀ ਸ਼ਕਲ ਦਾ ਸੀ। ਦੇਖਣ ਵਾਲੇ ਨੂੰ ਇੰਜ ਲੱਗਦਾ ਸੀ ਕਿ ਉਹ ਦਰਵਾਜ਼ਾ ਨਹੀਂ ਬਲਕਿ ਅਲਮਾਰੀ ਹੈ। ਮੈਂ ਉਹਨਾਂ ਨੂੰ ਉੱਥੇ ਜਾਂਦੇ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ ਅਤੇ ਉਹਨਾਂ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਨ ਲੱਗੀ। ਇੰਤਜ਼ਾਰ ਕਰਦੇ ਕਰਦੇ ਮੈਂ ਬਾਹਰ ਪਏ ਸੋਫੇ ਤੇ ਹੀ ਸੌਂ ਗਈ। ਮੇਰੀ ਸੱਸ ਨੇ ਆ ਕੇ ਮੈਨੂੰ ਜਗਾਇਆ। ਜੇਕਰ ਇੰਨੀ ਹੀ ਨੀਂਦ ਆ ਰਹੀ ਹੈ ਤਾਂ ਜਾ ਕੇ ਆਪਣੇ ਕਮਰੇ ਵਿੱਚ ਸੌਂ ਜਾ। ਉਂਝ ਮੇਰੀ ਸੱਸ ਦਾ ਵਰਤਾਅ ਤਾਂ ਹਮੇਸ਼ਾ ਮੇਰੇ ਨਾਲ ਬਹੁਤ ਚੰਗਾ ਹੁੰਦਾ ਸੀ, ਪਰ ਹੁਣ ਮੈਨੂੰ ਸਮਝ ਆ ਗਈ ਸੀ ਕਿ ਉਹਨਾਂ ਦਾ ਸੁਭਾਅ ਹੀ ਅਜਿਹਾ ਸੀ। ਉਹ ਸਾਰਿਆਂ ਨਾਲ ਇਸੇ ਤਰ੍ਹਾਂ ਹੀ ਗੱਲ ਕਰਦੀ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਕਿੱਥੇ ਗਏ ਸੀ ਤਾਂ ਉਹਨਾਂ ਨੇ ਮੈਨੂੰ ਹੈਰਾਨ ਹੋ ਕੇ ਦੇਖਿਆ ਅਤੇ ਕਿਹਾ ਕਿ ਤੂੰ ਕਿਉਂ ਪੁੱਛ ਰਹੀ ਹੈ ਕਿ ਮੈਂ ਕਿੱਥੇ ਗਈ ਸੀ। ਮੈਂ ਕਿਹਾ ਕਿ ਮੈਂ ਤੁਹਾਨੂੰ ਦੇਖ ਲਿਆ ਸੀ। ਮੈਨੂੰ ਪਤਾ ਲੱਗ ਗਿਆ ਹੈ ਇਸ ਅਲਮਾਰੀ ਦੇ ਪਿੱਛੇ ਕੋਈ ਕਮਰਾ ਹੈ। ਵੱਡੇ ਵੱਡੇ ਘਰਾਂ ਵਿੱਚ ਇਸ ਤਰ੍ਹਾਂ ਦੇ ਕਮਰੇ ਬਣਾਏ ਜਾਂਦੇ ਹਨ। ਮੈਨੂੰ ਇਸ ਤਰ੍ਹਾਂ ਦੇ ਕਮਰਿਆਂ ਵਿੱਚ ਜਾਣ ਦਾ ਬਹੁਤ ਸ਼ੌਂਕ ਹੈ। ਮੈਨੂੰ ਅਜਿਹੀਆਂ ਚੀਜ਼ਾਂ ਦੇਖਣਾ ਬਹੁਤ ਪਸੰਦ ਹੈ। ਮੈਂ ਤੁਹਾਡੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਜੋ ਤੁਸੀਂ ਮੈਨੂੰ ਵੀ ਉਸ ਕਮਰੇ ਵਿੱਚ ਲੈ ਜਾਓ। ਮੈਂ ਦੇਖਣਾ ਚਾਹੁੰਦੀ ਹਾਂ ਕਿ ਉੱਥੇ ਕੀ ਹੈ। ਮੇਰੀ ਗੱਲ ਸੁਣ ਕੇ ਮੇਰੀ ਸੱਸ ਦੇ ਚਿਹਰੇ ਦਾ ਰੰਗ ਬਦਲ ਗਿਆ। ਉਹ ਕਹਿਣ ਲੱਗੀ, ਤੂੰ ਉੱਥੇ ਜਾ ਕੇ ਕੀ ਕਰੇਂਗੀ? ਮੈਂ ਕਿਹਾ ਕਿ ਬਸ ਮੈਂ ਦੇਖਣਾ ਚਾਹੁੰਦੀ ਹਾਂ, ਹੋਰ ਕੁਝ ਨਹੀਂ। ਮੇਰੀ ਸੱਸ ਨੇ ਕਿਹਾ, ਪਰ ਉਸ ਕਮਰੇ ਵਿੱਚ ਦੇਖਣ ਲਈ ਕੁਝ ਵੀ ਨਹੀਂ ਹੈ। ਉਹ ਕਮਰਾ ਬਿਲਕੁਲ ਖਾਲੀ ਹੈ। ਮੈਂ ਆਪਣੀ ਸੱਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਕਿ ਜੇਕਰ ਉਹ ਕਮਰਾ ਖਾਲੀ ਹੈ ਤਾਂ ਮੇਰੀ ਸੱਸ ਪਿਛਲੇ 4 ਘੰਟਿਆਂ ਤੋਂ ਉੱਥੇ ਕੀ ਕਰ ਰਹੀ ਸੀ। ਜੇਕਰ ਉਹ ਕਮਰਾ ਖਾਲੀ ਸੀ ਤਾਂ ਉੱਥੇ ਜਾ ਕੇ 4 ਘੰਟੇ ਗੁਜ਼ਾਰਨਾ ਕੋਈ ਆਸਾਨ ਕੰਮ ਨਹੀਂ ਹੈ। ਮੈਂ ਫੇਰ ਕਿਹਾ, ਪਰ ਮੈਨੂੰ ਉਹ ਕਮਰਾ ਦੇਖਣਾ ਹੈ, ਬਸ ਮੈਂ ਦੇਖ ਕੇ ਵਾਪਸ ਆ ਜਾਵਾਂਗੀ। ਮੇਰੀ ਗੱਲ ਸੁਣ ਕੇ ਮੇਰੀ ਸੱਸ ਮੈਨੂੰ ਝਿੜਕਣ ਲੱਗੀ ਅਤੇ ਕਹਿਣ ਲੱਗੀ ਕਿ ਬੱਚਿਆਂ ਦੀ ਤਰ੍ਹਾਂ ਜਿੱਦ ਨਾ ਕਰ। ਮੈਂ ਇਹ ਦੇਖਣਾ ਹੈ, ਮੈਂ ਉਹ ਦੇਖਣਾ ਹੈ। ਇਹ ਘਰ ਹੈ, ਕੋਈ ਪਾਰਕ ਨਹੀਂ। ਜਾ ਆਪਣੇ ਕਮਰੇ ਵਿੱਚ ਜਾ ਅਤੇ ਆਪਣਾ ਕੰਮ ਕਰ। ਜੋ ਗੱਲ ਮੈਂ ਤੈਨੂੰ ਵਿਆਹ ਦੀ ਪਹਿਲੀ ਰਾਤ ਕਹੀ ਸੀ ਉਸ ਤੇ ਧਿਆਨ ਦੇ। ਇਹ ਬੱਚਿਆਂ ਵਾਲੀਆਂ ਹਰਕਤਾਂ ਕਰਨੀਆਂ ਛੱਡ ਦੇ। ਹੁਣ ਤੇਰਾ ਵਿਆਹ ਹੋ ਗਿਆ ਹੈ। ਤੂੰ ਆਪਣੇ ਮਾਂ-ਬਾਪ ਦੇ ਘਰ ਲਾਡਲੀ ਹੋਵੇਂਗੀ, ਪਰ ਇਸ ਘਰ ਦੀ ਬਹੂ ਹੈ ਅਤੇ ਮੈਂ ਤੇਰੇ ਨਾਲ ਇਸ ਤਰ੍ਹਾਂ ਹੀ ਪੇਸ਼ ਆਵਾਂਗੀ। ਮੈਂ ਹੈਰਾਨ ਪਰੇਸ਼ਾਨ ਰਹਿ ਗਈ ਕਿ ਮੇਰੀ ਸੱਸ ਨੇ ਮੈਨੂੰ ਇੰਨੀ ਛੋਟੀ ਜਿਹੀ ਗੱਲ ਤੇ ਇੰਨੀ ਬੁਰੀ ਤਰ੍ਹਾਂ ਝਿੜਕ ਦਿੱਤਾ ਸੀ। ਮੈਂ ਆਪਣੇ ਕਮਰੇ ਵਿੱਚ ਆ ਗਈ। ਅੱਜ ਮੇਰਾ ਮੂਡ ਬਹੁਤ ਖਰਾਬ ਸੀ। ਸ਼ਾਮ ਨੂੰ ਮੇਰਾ ਪਤੀ ਆਇਆ ਤਾਂ ਮੈਂ ਉਸਨੂੰ ਸਾਰੀ ਗੱਲ ਦੱਸ ਦਿੱਤੀ ਅਤੇ ਕਿਹਾ, ਕੀ ਹੋ ਜਾਂਦਾ ਜੇਕਰ ਮੰਮੀ ਜੀ ਮੈਨੂੰ ਕਮਰੇ ਵਿੱਚ ਜਾਣ ਦਿੰਦੇ। ਮੈਂ ਕਿਹੜਾ ਉੱਥੋਂ ਕੋਈ ਚੀਜ਼ ਚੁੱਕ ਕੇ ਭੱਜ ਜਾਣਾ ਸੀ। ਮੇਰੇ ਪਤੀ ਨੇ ਕਿਹਾ ਕਿ ਉਹ ਮੰਮੀ ਦਾ ਕਮਰਾ ਹੈ। ਉਹਨਾਂ ਨੇ ਉੱਥੇ ਕੁਝ ਕਿਤਾਬਾਂ ਅਤੇ ਕੁਝ ਚੀਜ਼ਾਂ ਸਜਾ ਕੇ ਰੱਖੀਆਂ ਹਨ। ਉਹ ਉਸ ਕਮਰੇ ਵਿੱਚ ਕਿਸੇ ਨੂੰ ਵੀ ਜਾਣ ਨਹੀਂ ਦਿੰਦੀ। ਪਰ ਮੇਰੀ ਸੱਸ ਤਾਂ ਕਹਿ ਰਹੀ ਸੀ ਕਿ ਉਹ ਕਮਰਾ ਬਿਲਕੁਲ ਖਾਲੀ ਹੈ
ਅਤੇ ਮੇਰਾ ਪਤੀ ਕਹਿ ਰਿਹਾ ਸੀ ਕਿ ਉੱਥੇ ਮੰਮੀ ਨੇ ਆਪਣੀਆਂ ਚੀਜ਼ਾਂ ਰੱਖੀਆਂ ਹੋਈਆਂ ਹਨ। ਇਹਨਾਂ ਦੋਹਾਂ ਗੱਲਾਂ ਵਿੱਚ ਕੋਈ ਮੇਲ ਨਹੀਂ ਸੀ। ਮੇਰੇ ਪਤੀ ਨੇ ਮੈਨੂੰ ਪਿਆਰ ਨਾਲ ਸਮਝਾ ਕੇ ਗੱਲ ਖਤਮ ਕਰ ਦਿੱਤੀ, ਪਰ ਇਨਸਾਨ ਦੀ ਫਿਤਰਤ ਹੈ ਕਿ ਉਸ ਨੂੰ ਜੋ ਕੰਮ ਕਰਨ ਤੋਂ ਮਨਾ ਕੀਤਾ ਜਾਵੇ ਉਹ ਉਸੇ ਕੰਮ ਨੂੰ ਕਰਨ ਦੇ ਬਾਰੇ ਵਿੱਚ ਸੋਚਣ ਲੱਗਦਾ ਹੈ ਅਤੇ ਫਿਰ ਉਸ ਨੂੰ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਮੇਰੇ ਦਿਮਾਗ ਵਿੱਚ ਵੀ ਇਹ ਗੱਲ ਬੈਠ ਗਈ ਸੀ ਅਤੇ ਹੁਣ ਬਸ ਮੈਨੂੰ ਕਿਸੇ ਤਰ੍ਹਾਂ ਇਹ ਜਾਣਨ ਦਾ ਭੂਤ ਸਵਾਰ ਹੋ ਗਿਆ ਸੀ ਕਿ ਉਸ ਕਮਰੇ ਅੰਦਰ ਕੀ ਹੈ। ਪਰ ਮੇਰੀ ਸੱਸ ਉਸ ਕਮਰੇ ਨੂੰ ਤਾਲਾ ਲਗਾ ਕੇ ਰੱਖਦੀ ਸੀ ਅਤੇ ਦਿਨ ਵਿੱਚ 4-5 ਘੰਟੇ ਉਸੇ ਕਮਰੇ ਵਿੱਚ ਰਹਿੰਦੀ ਸੀ। ਇੱਕ ਦਿਨ ਮੈਂ ਇੱਕ ਹੋਰ ਅਜੀਬ ਹਰਕਤ ਹੁੰਦੀ ਦੇਖੀ। ਮੇਰੇ ਪਤੀ ਨੇ ਕਿਹਾ ਸੀ ਕਿ ਉਸ ਕਮਰੇ ਵਿੱਚ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ, ਪਰ ਪਾਇਲ, ਜੋ ਆਪਣੇ ਆਪ ਨੂੰ ਨੌਕਰਾਣੀ ਦੱਸਦੀ ਸੀ, ਉਸ ਕਮਰੇ ਵਿੱਚ ਰੋਜ਼ ਜਾਂਦੀ ਸੀ। ਜੇਕਰ ਪਾਇਲ ਉਸ ਕਮਰੇ ਵਿੱਚ ਜਾ ਸਕਦੀ ਸੀ ਤਾਂ ਫਿਰ ਮੈਂ ਕਿਉਂ ਨਹੀਂ? ਮੈਂ ਤਾਂ ਇਸ ਘਰ ਦੀ ਬਹੂ ਹਾਂ। ਮੈਨੂੰ ਹੋਰ ਗੁੱਸਾ ਆ ਗਿਆ ਅਤੇ ਫਿਰ ਮੈਂ ਆਪਣੇ ਪਤੀ ਦੇ ਸਾਹਮਣੇ ਇਹ ਸਾਰੀ ਗੱਲ ਰੱਖ ਦਿੱਤੀ। ਮੇਰੇ ਪਤੀ ਨੇ ਕਿਹਾ ਕਿ ਉਹ ਸਫਾਈ ਕਰਨ ਗਈ ਹੋਵੇਗੀ। ਉਸਨੇ ਫਿਰ ਮੈਨੂੰ ਚੁੱਪ ਕਰਾ ਦਿੱਤਾ ਅਤੇ ਕਿਹਾ ਕਿ ਛੱਡ, ਕਿਉਂ ਤੂੰ ਉਸ ਕਮਰੇ ਦੇ ਪਿੱਛੇ ਪੈ ਗਈ? ਚੱਲ ਮੈਂ ਤੈਨੂੰ ਸ਼ਾਪਿੰਗ ਕਰਵਾ ਕੇ ਲਿਆਉਂਦਾ ਹਾਂ। ਅਤੇ ਮੈਂ ਸਮਝ ਗਈ ਸੀ ਕਿ ਉਹ ਗੱਲ ਬਦਲ ਰਿਹਾ ਹੈ। ਇੱਕ ਤਾਂ ਮੈਂ ਇਹਨਾਂ ਚੱਪਲਾਂ ਤੋਂ ਤੰਗ ਸੀ। ਇਹਨਾਂ ਦੇ ਸ਼ੋਰ ਨਾਲ ਮੇਰੇ ਸਿਰ ਵਿੱਚ ਦਰਦ ਹੋਣ ਲੱਗਦਾ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਇੱਕ ਜਗ੍ਹਾ ਹੀ ਬੈਠੀ ਰਹਾਂ, ਇੱਧਰ ਉੱਧਰ ਨਾ ਫਿਰਾਂ, ਪਰ ਮੈਂ ਸਾਰਾ ਦਿਨ ਵੀ ਬੈਠੀ ਨਹੀਂ ਰਹਿ ਸਕਦੀ ਸੀ। ਬਸ ਅੱਜ ਵੀ ਇਸੇ ਤਰ੍ਹਾਂ ਇੱਧਰ ਉੱਧਰ ਫਿਰ ਰਹੀ ਸੀ ਕਿ ਮੈਂ ਫਿਰ ਤੋਂ ਕੁਝ ਅਜੀਬ ਦੇਖਿਆ। ਮੈਂ ਦੇਖਿਆ ਕਿ ਪਾਇਲ ਇਸੇ ਕਮਰੇ ਵਿੱਚੋਂ ਬਾਹਰ ਨਿਕਲ ਰਹੀ ਸੀ ਅਤੇ ਉਸਨੇ ਕਾਲੀ ਚਾਦਰ ਵਿੱਚ ਕੁਝ ਲੁਕੋ ਕੇ ਰੱਖਿਆ ਸੀ। ਮੈਂ ਉਸਦੇ ਪਿੱਛੇ ਸੀ, ਪਰ ਉਸਨੂੰ ਇਹ ਪਤਾ ਨਹੀਂ ਸੀ। ਉਹ ਕਾਲੀ ਚਾਦਰ ਵਿੱਚ ਕੁਝ ਲਪੇਟ ਕੇ ਘਰ ਤੋਂ ਬਾਹਰ ਨਿਕਲ ਗਈ ਅਤੇ ਬਾਹਰ ਪਹਿਲਾਂ ਹੀ ਇੱਕ ਰਿਕਸ਼ਾ ਖੜਾ ਸੀ ਜਿਸ ਵਿੱਚ ਉਹ ਬੈਠ ਕੇ ਚਲੀ ਗਈ। ਮੈਂ ਹੈਰਾਨ ਸੀ ਕਿ ਆਖਰ ਅਜਿਹੀ ਕਿਹੜੀ ਚੀਜ਼ ਸੀ। ਮੈਨੂੰ ਪਤਾ ਸੀ ਕਿ ਉਹ ਵਾਪਸ ਆਵੇਗੀ ਕਿਉਂਕਿ ਉਹ ਇਸੇ ਘਰ ਵਿੱਚ ਰਹਿੰਦੀ ਸੀ, ਇਸ ਲਈ ਮੈਂ ਉਸ ਦਾ ਇੰਤਜ਼ਾਰ ਕਰਨ ਲੱਗੀ। ਜਦੋਂ ਉਹ ਵਾਪਸ ਆਈ ਤਾਂ ਫਿਰ ਉਸਨੇ ਕੁਝ ਲੁਕੋਇਆ ਹੋਇਆ ਸੀ ਅਤੇ ਉਹ ਉਸੇ ਕਮਰੇ ਵਿੱਚ ਚਲੀ ਗਈ। ਮੈਨੂੰ ਇਹ ਵੀ ਪਤਾ ਸੀ ਕਿ ਪਾਇਲ ਵਿਆਹੁਤਾ ਹੈ ਅਤੇ ਉਸਦੇ 2-3 ਬੱਚੇ ਵੀ ਹਨ ਅਤੇ ਉਹ ਆਪਣੇ ਬੱਚਿਆਂ ਨੂੰ ਆਪਣੇ ਪਤੀ ਕੋਲ ਛੱਡ ਕੇ ਕੰਮ ਕਰਦੀ ਹੈ। ਲੱਗਦਾ ਹੈ ਉਹ ਬਹੁਤ ਮਜਬੂਰ ਸੀ, ਨਹੀਂ ਤਾਂ ਆਪਣਾ ਘਰ-ਬਾਰ ਅਤੇ ਆਪਣੇ ਬੱਚਿਆਂ ਨੂੰ ਛੱਡ ਕੇ ਕੌਣ ਆਉਂਦਾ ਹੈ। ਇੱਕ ਦਿਨ ਮੇਰੇ ਕੰਨ ਵਿੱਚ ਕੁਝ ਆਵਾਜ਼ ਸੁਣਾਈ ਦਿੱਤੀ। ਮੇਰੀ ਸੱਸ ਮੇਰੇ ਪਤੀ ਨਾਲ ਬਹੁਤ ਬੁਰੀ ਤਰ੍ਹਾਂ ਲੜ ਰਹੀ ਸੀ। ਉਹ ਕਹਿ ਰਹੀ ਸੀ, ਤੇਰੀ ਔਲਾਦ ਕਦੋਂ ਹੋਵੇਗੀ? ਤੇਰੇ ਵਿਆਹ ਨੂੰ 1 ਮਹੀਨਾ ਹੋ ਗਿਆ ਹੈ। ਮੇਰੇ ਪਤੀ ਨੇ ਵੀ ਜਵਾਬ ਦਿੱਤਾ ਕਿ ਇਸ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੈ? 1 ਮਹੀਨਾ ਹੋਣਾ ਕੋਈ ਪਾਪ ਨਹੀਂ ਹੈ। ਤੁਹਾਨੂੰ ਆਖਰ ਕਿਸ ਗੱਲ ਦੀ ਜਲਦੀ ਹੈ? ਮੇਰੀ ਸੱਸ ਮੇਰੇ ਪਤੀ ਨੂੰ ਕਹਿਣ ਲੱਗੀ, ਤੂੰ ਆਪਣੀ ਪਤਨੀ ਨੂੰ ਸਮਝਾ ਦੇ, ਜੇਕਰ ਉਸਦੇ ਬੱਚਾ ਨਾ ਹੋਇਆ ਤਾਂ ਮੈਂ ਉਸਨੂੰ ਘਰ ਤੋਂ ਕੱਢ ਦੇਵਾਂਗੀ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਜੇਕਰ ਮੇਰੇ ਬੱਚਾ ਨਾ ਹੋਇਆ ਤਾਂ ਮੇਰੀ ਸੱਸ ਮੈਨੂੰ ਘਰ ਤੋਂ ਕੱਢ ਦੇਵੇਗੀ। ਮੇਰੇ ਬਾਰੇ ਵਿੱਚ ਉਹਨਾਂ ਦੀ ਅਜਿਹੀ ਸੋਚ ਸੀ। ਇਸ ਦਾ ਮਤਲਬ ਉਹ ਇੱਕ ਚੰਗੀ ਇਨਸਾਨ ਨਹੀਂ ਸੀ। ਹੁਣ ਮੈਨੂੰ ਆਪਣੀ ਸੱਸ ਨਾਲ ਨਫ਼ਰਤ ਹੋ ਗਈ ਸੀ। ਮੈਨੂੰ ਗੁੱਸਾ ਆਉਣ ਲੱਗਿਆ ਕਿ ਮੈਂ ਕੁਝ ਕੀਤਾ ਵੀ ਨਹੀਂ, ਫਿਰ ਵੀ ਉਹ ਮੇਰੇ ਬਾਰੇ ਵਿੱਚ ਅਜਿਹਾ ਸੋਚਦੀ ਹੈ। ਮੈਂ ਵੀ ਸੋਚ ਲਿਆ ਸੀ ਕਿ ਇਹ ਜੋ ਕੁਝ ਵੀ ਲੁਕੋ ਰਹੀ ਹੈ ਉਹ ਸਭ ਕੁਝ ਸਾਹਮਣੇ ਲਿਆ ਕੇ ਰਹਾਂਗੀ। ਜ਼ਰੂਰ ਮੇਰੀ ਸੱਸ ਦਾ ਕੋਈ ਰਾਜ਼ ਸੀ ਜੋ ਸਾਰੀ ਦੁਨੀਆ ਤੋਂ ਲੁਕੋ ਰਹੀ ਸੀ। ਹੁਣ ਮੈਂ ਸਾਰੀਆਂ ਚੀਜ਼ਾਂ ਨੂੰ ਬਹੁਤ ਬਰੀਕੀ ਨਾਲ ਨੋਟ ਕਰਨਾ ਸ਼ੁਰੂ ਕਰ ਦਿੱਤਾ। ਮੈਂ ਦੇਖਿਆ ਮੇਰੀ ਸੱਸ ਇੱਕੋ ਸਮੇਂ ਤੇ ਹੀ ਪਾਇਲ ਨੂੰ ਉਸ ਕਮਰੇ ਵਿੱਚ ਭੇਜਦੀ ਸੀ। ਮੇਰੇ ਦਿਮਾਗ ਵਿੱਚ ਇੱਕ ਪਲਾਨ ਆ ਗਿਆ ਸੀ। ਬਸ ਮੈਨੂੰ ਉਸ ਪਲਾਨ ਨੂੰ ਪੂਰਾ ਕਰਨ ਲਈ ਪਾਇਲ ਦੇ ਕੱਪੜਿਆਂ ਦੀ ਲੋੜ ਸੀ। ਮੈਂ ਸੋਚ ਲਿਆ ਸੀ ਕਿ ਮੈਂ ਪਾਇਲ ਦੇ ਕਮਰੇ ਵਿੱਚ ਜਾ ਕੇ ਉਸ ਦਾ ਇੱਕ ਸੂਟ ਚੁੱਕ ਲਵਾਂਗੀ, ਪਰ ਜਦੋਂ ਮੈਂ ਕਮਰੇ ਵਿੱਚ ਗਈ ਅਤੇ ਫਿਰ ਜਿਵੇਂ ਹੀ ਉਸ ਦੇ ਕੱਪੜਿਆਂ ਦੇ ਨੇੜੇ ਗਈ ਤਾਂ ਮੈਂ ਆਪਣੇ ਪਿੱਛੇ ਕਿਸੇ ਨੂੰ ਖੜਾ ਦੇਖਿਆ। ਉਹ ਮੇਰੀ ਸੱਸ ਸੀ। ਉਹਨਾਂ ਨੂੰ ਦੇਖ ਕੇ ਮੇਰੀ ਤਾਂ ਜਾਨ ਹੀ ਨਿਕਲ ਗਈ। ਉਹ ਹੈਰਾਨੀ ਨਾਲ ਮੈਨੂੰ ਦੇਖਣ ਲੱਗੀ। ਉਹ ਮੈਨੂੰ ਪੁੱਛਣ ਲੱਗੀ, ਤੂੰ ਇੱਥੇ ਕੀ ਕਰ ਰਹੀ ਹੈ? ਤੇਰਾ ਇੱਥੇ ਕੀ ਕੰਮ? ਤਾਂ ਮੈਂ ਕਿਹਾ, ਮੈਂ ਤਾਂ ਬਸ ਉਂਝ ਹੀ ਚਲਦੇ ਇੱਥੇ ਆ ਗਈ ਸੀ। ਮੈਂ ਕਿਸੇ ਤਰ੍ਹਾਂ ਗੱਲ ਨੂੰ ਸੰਭਾਲ ਲਿਆ, ਪਰ ਮੈਂ ਹੈਰਾਨ ਇਸ ਗੱਲ ਤੇ ਸੀ ਕਿ ਪਾਇਲ ਦਾ ਕਮਰਾ ਘਰ ਦੇ ਆਖਰੀ ਹਿੱਸੇ ਵਿੱਚ ਬਣਿਆ ਹੋਇਆ ਸੀ ਜਿੱਥੇ ਕੱਪੜੇ ਧੋਣ ਜਾਂਦੇ ਸਨ। ਮੈਂ ਤਾਂ ਉੱਥੇ ਪਾਇਲ ਦੇ ਕੱਪੜੇ ਚੁੱਕਣ ਦੀ ਨੀਅਤ ਨਾਲ ਗਈ ਸੀ, ਪਰ ਮੇਰੀ ਸੱਸ ਇੱਥੇ ਕਿਵੇਂ ਆ ਗਈ? ਅਚਾਨਕ ਇਹ ਖਿਆਲ ਮੇਰੇ ਦਿਮਾਗ ਵਿੱਚ ਬਿਜਲੀ ਦੀ ਤਰ੍ਹਾਂ ਦੌੜ ਗਿਆ ਕਿ ਮੇਰੀ ਸੱਸ ਜ਼ਰੂਰ ਮੇਰੀ ਚੱਪਲਾਂ ਦੀ ਆਵਾਜ਼ ਸੁਣ ਕੇ ਇੱਥੇ ਆਈ ਹੋਵੇਗੀ। ਮੈਂ ਸਮਝ ਚੁੱਕੀ ਸੀ ਕਿ ਇਸ ਲਈ ਮੈਨੂੰ ਇਹ ਅਜੀਬ ਚੱਪਲਾਂ ਪਵਾਈਆਂ ਗਈਆਂ ਹਨ
ਤਾਂ ਜੋ ਮੈਂ ਜਿੱਥੇ ਵੀ ਜਾਵਾਂ ਇਹ ਲੋਕ ਮੇਰੇ ਉੱਪਰ ਨਜ਼ਰ ਰੱਖ ਸਕਣ, ਕਿਉਂਕਿ ਇਹਨਾਂ ਚੱਪਲਾਂ ਦੀ ਆਵਾਜ਼ ਪੂਰੇ ਘਰ ਵਿੱਚ ਗੂੰਜਦੀ ਸੀ। ਮੈਨੂੰ ਆਪਣੀ ਅਕਲ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਮੈਂ ਉਹਨਾਂ ਦੀ ਇਸ ਚਾਲ ਵਿੱਚ ਕਿੰਨੀ ਆਸਾਨੀ ਨਾਲ ਆ ਗਈ। ਮੈਂ ਕੈਂਚੀ ਨਾਲ ਉਹਨਾਂ ਚੱਪਲਾਂ ਨੂੰ ਕੱਟ ਦਿੱਤਾ ਅਤੇ ਕਿਹਾ ਕਿ ਇਹ ਟੁੱਟ ਗਈਆਂ ਹਨ, ਇਸ ਲਈ ਮੈਂ ਇਹਨਾਂ ਨੂੰ ਨਹੀਂ ਪਾ ਸਕਦੀ। ਹੁਣ ਮੈਂ ਚੱਪਲਾਂ ਦੇ ਬਿਨਾਂ ਪਾਇਲ ਦੇ ਕਮਰੇ ਵਿੱਚ ਗਈ ਅਤੇ ਉਸ ਦਾ ਇੱਕ ਸੂਟ ਚੁੱਕ ਲਿਆ। ਹੁਣ ਮੈਨੂੰ ਪਾਇਲ ਨੂੰ ਵੀ ਗਾਇਬ ਕਰਨਾ ਸੀ, ਇਸ ਲਈ ਮੈਂ ਉਸ ਨੂੰ ਸਮਾਨ ਦੀ ਲਿਸਟ ਬਣਾ ਕੇ ਦਿੱਤੀ ਅਤੇ ਉਸ ਨੂੰ ਕਿਹਾ ਕਿ ਮਾਰਕੀਟ ਜਾ ਕੇ ਇਹ ਸਮਾਨ ਲਿਆਵੇ। ਬਿਨਾਂ ਕੋਈ ਸਵਾਲ ਜਵਾਬ ਕੀਤੇ ਉਹ ਚਲੀ ਗਈ। ਮੈਂ ਉਸ ਦੇ ਕੱਪੜੇ ਪਾ ਕੇ ਰਸੋਈ ਵਿੱਚ ਖੜੀ ਹੋ ਗਈ ਅਤੇ ਸਬਜ਼ੀ ਕੱਟਣ ਲੱਗੀ। ਮੇਰਾ ਮੂੰਹ ਦੂਜੇ ਪਾਸੇ ਸੀ। ਮੇਰੀ ਸੱਸ ਆਈ ਅਤੇ ਕਹਿਣ ਲੱਗੀ, ਤੂੰ ਹਾਲੇ ਤੱਕ ਇੱਥੇ ਖੜੀ ਕੰਮ ਕਰ ਰਹੀ ਹੈ? ਚਾਬੀ ਇੱਥੇ ਪਈ ਹੈ, ਇਸ ਨੂੰ ਚੁੱਕ ਲੈ। ਮੈਂ ਉਹਨਾਂ ਵੱਲ ਨਹੀਂ ਦੇਖਿਆ ਅਤੇ ਸਿਰਫ ਹਾਂ ਵਿੱਚ ਸਿਰ ਹਿਲਾ ਦਿੱਤਾ। ਮੇਰੀ ਸੱਸ ਚਾਬੀ ਉੱਥੇ ਰੱਖ ਕੇ ਚਲੀ ਗਈ। ਮੈਂ ਫਟਾਫਟ ਉਹ ਚਾਬੀ ਚੁੱਕੀ ਅਤੇ ਉਸ ਕਮਰੇ ਵੱਲ ਚਲੀ ਗਈ। ਮੈਨੂੰ ਬਹੁਤ ਡਰ ਲੱਗ ਰਿਹਾ ਸੀ, ਪਰ ਇਸ ਕਮਰੇ ਵਿੱਚ ਜਾਣ ਦਾ ਮੇਰੇ ਕੋਲ ਸਿਰਫ ਇਹੀ ਇੱਕ ਮੌਕਾ ਸੀ। ਮੈਂ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ। ਮੈਂ ਫਟਾਫਟ ਚਾਬੀ ਚੁੱਕ ਕੇ ਉਸ ਕਮਰੇ ਵੱਲ ਵਧੀ ਅਤੇ ਉਸ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਚਲੀ ਗਈ। ਨੀਚੇ ਪੌੜੀਆਂ ਬਣੀਆਂ ਹੋਈਆਂ ਸਨ। ਇਸ ਦਾ ਮਤਲਬ ਇਹ ਸਿਰਫ ਕਮਰਾ ਨਹੀਂ ਬਲਕਿ ਤਹਿਖਾਨਾ ਸੀ। ਹੁਣ ਤਾਂ ਮੈਨੂੰ ਹੋਰ ਵੀ ਡਰ ਲੱਗਣ ਲੱਗਿਆ ਸੀ ਕਿ ਪਤਾ ਨਹੀਂ ਕੀ ਹੋਵੇਗਾ। ਮੈਂ ਨੀਚੇ ਗਈ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਹੈਰਾਨ ਪਰੇਸ਼ਾਨ ਰਹਿ ਗਈ। ਉੱਥੇ ਇੱਕ ਔਰਤ ਚਟਾਈ ਤੇ ਲੇਟੀ ਹੋਈ ਸੀ। ਉਸ ਦੀ ਹਾਲਤ ਬਹੁਤ ਖਰਾਬ ਲੱਗ ਰਹੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਸ ਨੂੰ ਕਿਸੇ ਨੇ ਬੁਰੀ ਤਰ੍ਹਾਂ ਮਾਰਿਆ ਹੋਵੇ। ਉਹ ਵੀ ਮੈਨੂੰ ਦੇਖ ਕੇ ਹੈਰਾਨ ਹੋਈ ਅਤੇ ਮੇਰੇ ਵੱਲ ਹੱਥ ਵਧਾ ਕੇ ਮਦਦ ਮੰਗਣ ਲੱਗੀ। ਪਤਾ ਨਹੀਂ ਕਿਉਂ ਮੈਨੂੰ ਉਸ ਔਰਤ ਤੋਂ ਡਰ ਲੱਗ ਰਿਹਾ ਸੀ। ਉਸ ਦੀ ਹਾਲਤ ਬਹੁਤ ਬੁਰੀ ਲੱਗ ਰਹੀ ਸੀ। ਉਹ ਔਰਤ ਜਵਾਨ ਸੀ, ਪਰ ਬਿਮਾਰੀ ਅਤੇ ਜ਼ਖਮਾਂ ਕਰਕੇ ਉਹ ਬੁੱਢੀ ਲੱਗ ਰਹੀ ਸੀ। ਉਹ ਬਹੁਤ ਹੌਲੀ ਜਿਹੀ ਆਵਾਜ਼ ਵਿੱਚ ਬੋਲੀ, ਮੈਨੂੰ ਇੱਥੋਂ ਬਾਹਰ ਕੱਢ ਦਿਓ। ਮੈਂ ਦੇਖਿਆ ਕਿ ਉਸ ਦੇ ਪੈਰਾਂ ਵਿੱਚ ਇੱਕ ਜੰਜੀਰ ਪਈ ਹੋਈ ਸੀ। ਮੈਂ ਤੁਰੰਤ ਉਸ ਵੱਲ ਵਧੀ ਅਤੇ ਉਸ ਦੇ ਪੈਰਾਂ ਵਿੱਚੋਂ ਜੰਜੀਰ ਕੱਢ ਦਿੱਤੀ। ਜੋ ਚਾਬੀ ਮੇਰੀ ਸੱਸ ਨੇ ਮੈਨੂੰ ਦਿੱਤੀ ਸੀ, ਉਸ ਵਿੱਚ ਜੰਜੀਰ ਦੀ ਚਾਬੀ ਵੀ ਸੀ। ਮੈਂ ਉਸ ਨੂੰ ਪੁੱਛਿਆ ਕਿ ਉਹ ਕੌਣ ਹੈ, ਤਾਂ ਉਸਨੇ ਕਿਹਾ ਕਿ ਉਹ ਰਜਤ ਦੀ ਪਤਨੀ ਹੈ। ਇਹ ਸੁਣ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਕਿਉਂਕਿ ਰਜਤ ਤਾਂ ਮੇਰੇ ਪਤੀ ਦਾ ਨਾਮ ਸੀ। ਮੈਂ ਕਿਹਾ ਕਿ ਤੈਨੂੰ ਇੱਥੇ ਕਿਸ ਨੇ ਕੈਦ ਕੀਤਾ ਹੈ? ਉਸਨੇ ਕਿਹਾ ਕਿ ਮੈਨੂੰ ਮੇਰੀ ਸੱਸ ਨੇ ਕੈਦ ਕੀਤਾ ਹੈ। ਇਹ ਸੁਣ ਕੇ ਮੇਰੀ ਰੂਹ ਕੰਬ ਗਈ। ਉਸਨੇ ਮੈਨੂੰ ਸਾਰੀ ਗੱਲ ਦੱਸੀ ਕਿ ਇਹ ਲੋਕ ਬਹੁਤ ਗਰੀਬ ਸਨ। ਮੈਨੂੰ ਰਜਤ ਨਾਲ ਪਿਆਰ ਹੋ ਗਿਆ ਅਤੇ ਉਸਨੇ ਮੇਰੇ ਨਾਲ ਵਿਆਹ ਕਰ ਲਿਆ। ਇਹ ਮੇਰਾ ਘਰ ਹੈ, ਇਹਨਾਂ ਲੋਕਾਂ ਦਾ ਨਹੀਂ। ਮੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਹਨ। ਆਪਣਾ ਸਭ ਕੁਝ ਉਹਨਾਂ ਨੇ ਮੇਰੇ ਨਾਮ ਕਰ ਦਿੱਤਾ ਹੈ। ਮੇਰੀ ਸੱਸ ਮੇਰੇ ਤੋਂ ਮੇਰੀ ਸਾਰੀ ਜਾਇਦਾਦ ਅਤੇ ਇਹ ਘਰ ਆਪਣੇ ਨਾਮ ਕਰਵਾਉਣਾ ਚਾਹੁੰਦੀ ਸੀ ਅਤੇ ਰਜਤ ਵੀ ਉਸ ਦੇ ਨਾਲ ਹੀ ਮਿਲਿਆ ਹੋਇਆ ਹੈ। ਪਰ ਮੇਰੇ ਮਾਂ-ਬਾਪ ਦੀ ਵਸੀਅਤ ਦੇ ਮੁਤਾਬਕ ਇਹ ਲੋਕ ਮੈਨੂੰ ਮਾਰ ਨਹੀਂ ਸਕਦੇ, ਕਿਉਂਕਿ ਹਰ ਮਹੀਨੇ ਮੇਰੇ ਦਸਤਖਤ ਹੋਣ ਦੇ ਬਾਅਦ ਹੀ ਉਹਨਾਂ ਨੂੰ ਇੰਸ਼ੋਰੈਂਸ ਦੇ ਪੈਸੇ ਮਿਲਦੇ ਹਨ ਅਤੇ ਮੇਰੇ ਮਾਂ-ਬਾਪ ਦੀ ਵਸੀਅਤ ਅਤੇ ਇੰਸ਼ੋਰੈਂਸ ਦੇ ਮੁਤਾਬਕ ਦੁਨੀਆ ਵਿੱਚ ਮੇਰੀ ਅਤੇ ਰਜਤ ਦੀ ਔਲਾਦ ਆਵੇਗੀ ਤਾਂ ਮੇਰੀ ਸਾਰੀ ਦੌਲਤ ਮੇਰੀ ਔਲਾਦ ਦੇ ਨਾਮ ਹੋ ਜਾਵੇਗੀ। ਪਰ ਡਾਕਟਰ ਦੀ ਰਿਪੋਰਟ ਦੇ ਮੁਤਾਬਕ ਮੈਂ ਮਾਂ ਨਹੀਂ ਬਣ ਸਕਦੀ। ਹੁਣ ਸਾਰੀਆਂ ਕੜੀਆਂ ਮੇਰੇ ਦਿਮਾਗ ਵਿੱਚ ਜੁੜਨ ਲੱਗੀਆਂ। ਇਹਨਾਂ ਲੋਕਾਂ ਨੇ ਇਸ ਲਈ ਮੇਰਾ ਵਿਆਹ ਰਜਤ ਨਾਲ ਕਰਵਾਇਆ ਅਤੇ ਵਿਆਹ ਦੀ ਪਹਿਲੀ ਰਾਤ ਹੀ ਮੇਰੇ ਉੱਪਰ ਔਲਾਦ ਪੈਦਾ ਕਰਨ ਦਾ ਦਬਾਅ ਪਾਇਆ ਗਿਆ ਤਾਂ ਜੋ ਮੇਰਾ ਬੱਚਾ ਪੈਦਾ ਹੋ ਜਾਵੇ ਅਤੇ ਉਹ ਬੱਚਾ ਉਸ ਔਰਤ ਦਾ ਕਹਾਵੇ ਅਤੇ ਸਾਰੀ ਜਾਇਦਾਦ ਉਸ ਬੱਚੇ ਨੂੰ ਮਿਲ ਜਾਵੇ। ਇਹ ਲੋਕ ਇਸ ਕੁੜੀ ਨੂੰ ਕਦੇ ਨਹੀਂ ਮਾਰ ਸਕਦੇ ਸੀ, ਕਿਉਂਕਿ ਇਸ ਦੇ ਬਗੈਰ ਉਹਨਾਂ ਨੂੰ ਪੈਸੇ ਨਹੀਂ ਮਿਲ ਸਕਦੇ ਸਨ। ਪਰ ਜੇਕਰ ਇੱਕ ਵਾਰ ਮੈਂ ਇਹਨਾਂ ਨੂੰ ਬੱਚਾ ਪੈਦਾ ਕਰਕੇ ਦੇ ਦਿੰਦੀ ਤਾਂ ਫਿਰ ਮੈਂ ਉਹਨਾਂ ਲਈ ਬੇਕਾਰ ਸੀ। ਜਾਂ ਤਾਂ ਇਹ ਮੈਨੂੰ ਇਸੇ ਤਰ੍ਹਾਂ ਕਮਰੇ ਵਿੱਚ ਬੰਦ ਕਰ ਦਿੰਦੇ ਜਾਂ ਫਿਰ ਜਾਨ ਤੋਂ ਮਾਰ ਦਿੰਦੇ। ਇਹ ਸੋਚ ਕੇ ਮੇਰੇ ਤਾਂ ਹੱਥ ਪੈਰ ਹੀ ਫੁੱਲ ਗਏ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਉਸ ਕੁੜੀ ਨੇ ਮੈਨੂੰ ਕਿਹਾ ਕਿ ਇੱਥੋਂ ਨਿਕਲਣਾ ਹੋਵੇਗਾ। ਮੇਰੇ ਚਾਚਾ ਜੀ ਬਹੁਤ ਵੱਡੇ ਵਕੀਲ ਹਨ। ਬਸ ਇੱਕ ਵਾਰ ਮੇਰੀ ਖਬਰ ਉਹਨਾਂ ਤੱਕ ਪਹੁੰਚ ਜਾਵੇ ਤਾਂ ਸਭ ਕੁਝ ਠੀਕ ਹੋ ਜਾਵੇਗਾ। ਪਰ ਮੇਰੇ ਚਾਚਾ ਜੀ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਇਹ ਦੋਵੇਂ ਮੈਨੂੰ ਉਹਨਾਂ ਨਾਲ ਗੱਲ ਵੀ ਕਰਨ ਨਹੀਂ ਦਿੰਦੇ। ਮੇਰੀ ਸੱਸ ਰੋਜ਼ ਕਮਰੇ ਵਿੱਚ ਆਉਂਦੀ ਹੈ ਅਤੇ ਮੈਨੂੰ ਧਮਕੀ ਦਿੰਦੀ ਹੈ। ਕਹਿੰਦੀ ਹੈ ਕਿ ਮੈਂ ਖੁਦ ਆਪਣੀ ਸਾਰੀ ਦੌਲਤ ਉਹਨਾਂ ਦੇ ਨਾਮ ਕਰ ਦੇਵਾਂ, ਪਰ ਮੈਂ ਅਜਿਹਾ ਨਹੀਂ ਕਰ ਰਹੀ। ਮੈਨੂੰ ਆਪਣੇ ਆਪ ਨੂੰ ਸੰਭਾਲਣ ਵਿੱਚ ਕੁਝ ਦੇਰ ਲੱਗੀ। ਮੈਨੂੰ ਯਾਦ ਆਇਆ ਕਿ ਮੇਰੇ ਕੋਲ ਮੇਰਾ ਫ਼ੋਨ ਹੈ, ਪਰ ਜੇਕਰ ਮੈਂ ਪੁਲਿਸ ਨੂੰ ਫ਼ੋਨ ਕਰਦੀ ਤਾਂ ਸ਼ਾਇਦ ਗੱਲ ਨਹੀਂ ਬਣ ਸਕਦੀ ਸੀ। ਮੈਂ ਆਪਣੇ ਪਾਪਾ ਨੂੰ ਫ਼ੋਨ ਕਰਕੇ ਸਾਰੀ ਗੱਲ ਦੱਸੀ
ਅਤੇ ਉਸ ਕੁੜੀ ਨੂੰ ਵੀ ਫੋਨ ਦਿੱਤਾ ਕਿ ਉਹ ਆਪਣੇ ਚਾਚਾ ਜੀ ਨਾਲ ਗੱਲ ਕਰ ਸਕੇ। ਉਸ ਕੁੜੀ ਨੇ ਆਪਣੇ ਚਾਚਾ ਜੀ ਨੂੰ ਫੋਨ ਕੀਤਾ। ਉਹਨਾਂ ਦੇ ਬੱਚੇ ਇੰਡੀਆ ਵਿੱਚ ਹੀ ਰਹਿੰਦੇ ਸਨ। ਉਹਨਾਂ ਨੇ ਕਿਹਾ ਕਿ ਉਹ ਉੱਥੇ ਪਹੁੰਚ ਰਹੇ ਹਨ। ਇਹ ਟਾਈਮ ਮੇਰੇ ਪਤੀ ਦੇ ਘਰ ਆਉਣ ਦਾ ਸੀ। ਮੈਂ ਉਸ ਕਮਰੇ ਨੂੰ ਅੰਦਰ ਤੋਂ ਬੰਦ ਕਰ ਲਿਆ ਕਿਉਂਕਿ ਹਲੇ ਬਾਹਰ ਜਾਣਾ ਸਾਡੇ ਦੋਵਾਂ ਲਈ ਠੀਕ ਨਹੀਂ ਸੀ। ਮੈਂ ਬਹੁਤ ਰੋਣ ਲੱਗੀ ਕਿ ਮੈਂ ਇਸ ਘਰ ਵਿੱਚ ਕਿੰਨੇ ਸੁਪਨੇ ਸਜਾ ਕੇ ਆਈ ਸੀ, ਪਰ ਮੇਰਾ ਪਤੀ ਇੱਕ ਧੋਖੇਬਾਜ਼ ਇਨਸਾਨ ਨਿਕਲਿਆ ਅਤੇ ਮੇਰੀ ਸੱਸ ਇੱਕ ਜ਼ਾਲਮ ਔਰਤ। ਮੇਰਾ ਘਰ ਤਾਂ ਵਸਣ ਤੋਂ ਪਹਿਲਾਂ ਹੀ ਉਜੜ ਗਿਆ ਸੀ। ਮੇਰੀ ਸੱਸ ਨੇ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਉਹ ਉੱਚੀ-ਉੱਚੀ ਬੋਲ ਰਹੀ ਸੀ, ਬਾਹਰ ਨਿਕਲੋ, ਬਾਹਰ ਨਿਕਲੋ। ਮੈਂ ਦਰਵਾਜ਼ਾ ਨਹੀਂ ਖੋਲ੍ਹਿਆ। ਅੱਧੇ ਘੰਟੇ ਬਾਅਦ ਮੈਨੂੰ ਪੁਲਿਸ ਦੀਆਂ ਗੱਡੀਆਂ ਦੀ ਆਵਾਜ਼ ਆਈ। ਉਹ ਸਾਨੂੰ ਬਚਾਉਣ ਲਈ ਆ ਗਏ ਸਨ। ਜਦੋਂ ਮੇਰੇ ਪਾਪਾ ਦੇ ਪੁਲਿਸ ਨੇ ਦਰਵਾਜ਼ਾ ਖੜਕਾਇਆ ਤਾਂ ਮੈਂ ਦਰਵਾਜ਼ਾ ਖੋਲ੍ਹ ਦਿੱਤਾ। ਉਸ ਕੁੜੀ ਦੇ ਕਜ਼ਨ ਵੀ ਆ ਚੁੱਕੇ ਸਨ। ਜਦੋਂ ਅਸੀਂ ਬਾਹਰ ਆਏ ਤਾਂ ਪੁਲਿਸ ਨੇ ਮੇਰੀ ਸੱਸ ਅਤੇ ਮੇਰੇ ਪਤੀ ਨੂੰ ਪਹਿਲਾਂ ਹੀ ਫੜ ਰੱਖਿਆ ਸੀ। ਸਾਡੇ ਬਿਆਨ ਦਰਜ ਕੀਤੇ ਗਏ ਅਤੇ ਅਸੀਂ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ। ਉਹ ਕੁੜੀ ਆਪਣੇ ਕਜ਼ਨ ਨਾਲ ਉਹਨਾਂ ਦੇ ਘਰ ਚਲੀ ਗਈ ਅਤੇ ਮੈਂ ਆਪਣੇ ਪਾਪਾ ਨਾਲ ਆਪਣੇ ਘਰ ਆ ਗਈ। ਮੇਰੇ ਪਾਪਾ ਨੇ ਰਜਤ ਨਾਲ ਮੇਰਾ ਤਲਾਕ ਕਰਵਾ ਦਿੱਤਾ। ਕੁਝ ਸਾਲ ਤਾਂ ਮੈਂ ਸੋਚ ਕੇ ਪਰੇਸ਼ਾਨ ਰਹੀ ਕਿ ਮੇਰੇ ਨਾਲ ਕੀ ਹੋ ਗਿਆ, ਪਰ ਫਿਰ ਮੈਂ ਸੋਚਿਆ ਕਿ ਉਹ ਲੋਕ ਮੇਰੇ ਕਾਬਿਲ ਹੀ ਨਹੀਂ ਸਨ। ਕੀ ਪਤਾ ਕੱਲ੍ਹ ਨੂੰ ਮੇਰੀ ਹਾਲਤ ਵੀ ਉਸੇ ਕੁੜੀ ਵਰਗੀ ਕਰ ਦਿੰਦੇ। ਹੁਣ ਮੈਨੂੰ ਸਮਝ ਆ ਗਿਆ। ਹੁਣ ਉਹ ਕੁੜੀ ਅਤੇ ਮੈਂ ਦੋਵੇਂ ਸਹੇਲੀਆਂ ਬਣ ਗਈਆਂ ਹਾਂ। ਮੈਂ ਉਸ ਨੂੰ ਮਿਲਣ ਉਸਦੇ ਘਰ ਜਾਂਦੀ ਹਾਂ ਅਤੇ ਇਹ ਸੋਚ ਕੇ ਧੰਨਵਾਦ ਕਰਦੀ ਹਾਂ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਵੱਡਾ ਤੂਫਾਨ ਆਉਣ ਤੋਂ ਪਹਿਲਾਂ ਹੀ ਪਰਮਾਤਮਾ ਨੇ ਮੈਨੂੰ ਬਚਾ ਲਿਆ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਦਬਾ ਕੇ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲ ਜਾਵੇ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।